ਨਾਮ ਵਜੀਦਪੁਰੇ ਤਿਸ ਕਾਲ। ਲਾਗੇ ਹੀ ਇੱਕ ਪਿੰਡ ਆਇਆ ਹੈ ਵਜੀਦਪੁਰ। ਵਜੀਦਪੁਰ ਇਹ ਨਗਰ ਆਇਆ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਅੱਜ ਕੱਲ੍ਹ ਇਹ ਪਿੰਡ ਹੈ। ਉੱਥੇ ਮਹਾਰਾਜ ਜੀ ਦਾ ਪਾਵਨ ਸਥਾਨ ਹੈ ਗੁਰੂ ਕਲਗੀਧਰ ਜੀ ਦਾ ਗੁਰਦੁਆਰਾ ਜਾਮਣੀ ਸਾਹਿਬ। तो बजीदपुरे महाराज कलगीधर पातशाह जी आए, सैन समेत सिवर को काला, और सैना दे समेत सतगुरु जी ने इत्थे डेरा कीता। उतरे बंध तुरंगम दए, और उतर के घोड़े बन्ने हन। सिंह गुरु टिग आवत भए, सतगुरु जी दे प्यारे सिंह महाराज जी दे कोल आए। पातशाह इत आवन करे, कहन लगे सतगुरु जी आप जी इस नगर दे कोल आए हो, पहुंचे इहां कसूर है तरे। महाराज ये पिंड जेड़ा ना बजीदपुर, इन्हां दियां तुरियां ते नफीरियां ते नौबतां कसूर विच वजदियां ने। ये पिंड दियां, ये बजीदपुर पिंड दियां जेड़ियां नौबतां ने महाराज वो कसूर विच वजदियां हन। वज है नौबता इस पुर बाई, इस नगर दियां महाराज जी 22 नौबतां जेड़ियां ने कसूर वजदियां ने। यानी कि एडा वड्डा पिंड है, इत्थे चंगे चंगे पतवंते लोग जेड़े ने इस पिंड च रहिंदे आ, जिन्हां दियां नौबतां अगे कसूर विच वजदियां ते महाराज 22 नौबतां वजदियां ने इस पिंड दियां। बसै पठान चमू समुदाई, इत्थे पठाणा दी फौज वसदी है, इत्थे पठान रहिंदे ने इस बजीदपुर पिंड विच। श्री मुख ते फुरमामन करियो, सुन के कलगीधर पातशाह जी महाराज जी अगों बोले, तुरकन तेज भविखत हरियो। महाराज जी कहंदे वज गईयां जेड़ियां वजणीਆਂ सन। पातशाह कहते आने वाले समय च भविख च इन्हां तुरकां दियां इन्हां मलेच्छां दियां जिन्नियां नौबतां ने हुण ओह नहीं वजणीਆਂ। इन्हां दा राज भाग तेज हुण हरिया गया। काने काछे ग्राम बडेरे, महाराज जी कहते हुण तां खालसे दियां नौबतां वजणीਆਂ ते इन्हां दियां कसूरतां ही वजदियां ने ना। ते खालसे दियां अगे ओ मुल्तान दे इलाके तक, काने काछे दे इलाके तक नौबतां वजणीਆਂ ने। हाँ जी, तह उपजहंगे सिंह कनेरे, उत्थे साडे बहुत सिंह उपजणगे, बहुत सारे सिंह जेड़े ने पैदा होणगे। बहुत नौबतां बजै हमारी, इन्हां दियां कल्लियां 22 वजदियां ने, साडे खालसे दियां बेअंत नौबतां वजणीਆਂ ने। बेअंत खालसा होना कसूर तो परे तक, काने काछे दे इलाके तक, मुल्तान दे इलाके तक, पिशावर दे इलाके तक, धन्नी खेफ ते पखर सखर दा इलाका जेड़ा उत्थे तक खालसे दियां नौबतां वजणीਆਂ ਹਨ। खालसे दे राज दियां नौबतां वजणीਆਂ ਹਨ। केतिक दिन मह तिन हो मजारी, केतक दिनां विच, कुछ दिनां दे विच उन्हां इलाकिਆਂ ਦੇ ਵਿੱਚ नौबतां ਹੋਣਗੀਆਂ खालसे ਦੀਆਂ। इम बतरावत तिस थल खरे, ਇਦਾਂ ਇਹ ਬਚਨ ਕਰਕੇ ਨਾ ਬਖਸ਼ਿਸ਼ਾਂ ਕਰਦੇ ਆਪਣੇ ਖਾਲਸੇ ਤੇ। ਕਾਨੇ ਕਾਛੇ ਦਾ ਇਲਾਕਾ ਜਿਹੜਾ ਇਧਰ ਮੁਲਤਾਨ ਦੇ ਇਲਾਕੇ ਵਿੱਚ ਦੱਸਿਆ ਜਾਂਦਾ ਹੈ, ਤੇ ਬਹੁਤ ਸਾਰੇ ਗੁਰਸਿੱਖ ਸੰਘਣੀ ਵਸੋਂ ਵਾਲੇ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਇਸ ਇਲਾਕੇ 'ਚ ਹੋਏ। ਦੇਸ਼ ਦੀ ਵੰਡ ਸਮੇਂ, ਪੰਜਾਬ ਦੀ ਵੰਡ ਸਮੇਂ ਉੱਥੋਂ ਬਹੁਤ ਸਾਰੇ ਸਿੱਖਾਂ ਨੂੰ ਪਲਾਇਨ ਕਰਕੇ ਇੱਧਰ ਆਉਣਾ ਪਿਆ। ਉਹ ਸ਼ੇਰੇ ਪੰਜਾਬ ਦੇ ਸਮੇਂ ਖਾਲਸੇ ਦਾ ਇਸ ਇਲਾਕੇ ਵਿੱਚ ਰਾਜ ਹੋਇਆ। ਮੁਲਤਾਨ ਦੇ ਵਿੱਚ ਖਾਲਸੇ ਦੇ ਨਿਸ਼ਾਨ ਝੂਲੇ, ਮੁਲਤਾਨ ਵਿੱਚ ਵੀ ਖਾਲਸੇ ਦਾ ਰਾਜ ਕਾਇਮ ਹੋਇਆ। ਪਿਸ਼ਾਵਰ ਤੱਕ ਦੇ ਇਲਾਕੇ ਵਿੱਚ ਖਾਲਸੇ ਦਾ ਰਾਜ ਕਾਇਮ ਹੋਇਆ। ਇਹ ਕਲਗੀਧਰ ਜੀ ਬਖਸ਼ਿਸ਼ਾਂ ਕਰ ਰਹੇ ਨੇ ਇੱਥੇ ਖਲੋਤੇ। ਜਦੋਂ ਇਹਨਾਂ ਕਿਹਾ ਮਹਾਰਾਜ ਇਹ ਪਿੰਡ ਏਡਾ ਵੱਡਾ, ਇੱਥੋਂ ਦੇ ਪਠਾਣਾਂ ਦੀਆਂ ਨੌਬਤਾਂ ਨਾ 22 ਨੌਬਤਾਂ ਤੇ ਕਸੂਰ ਹੀ ਵੱਜਦੀਆਂ। ਮਹਾਰਾਜ ਜੀ ਕਹਿੰਦੇ ਸਾਡੇ ਖਾਲਸੇ ਦੀਆਂ ਇਹਨਾਂ ਦੀਆਂ ਵੱਜ ਗਈਆਂ ਜਿਹੜੀਆਂ ਵੱਜਣੀਆਂ ਸਨ। ਹੁਣ ਤਾਂ ਸਾਡੇ ਖਾਲਸੇ ਦੀਆਂ ਨੌਬਤਾਂ ਵੱਜਣੀਆਂ ਤੇ ਕਾਨੇ ਕਾਛੇ ਦੇ ਮੁਲਤਾਨ ਦੇ ਇਲਾਕੇ ਤੱਕ ਉਹ ਨੌਬਤਾਂ ਵੱਜਣਗੀਆਂ। तीतर एक आवाज तब करे, सतगुरु जी ये बचन कर रहे सन कि इन्ने नूं एक तितर ਉਹ ਬੋਲਦਾ ਆਵਾਜ਼ ਕਰਨ ਲੱਗਾ। ਸੁਣ ਕਿਰਪਾਲ ਭਾਖਿਓ ਤੇ ਸਮੈ, ਤੇ ਜਦੋਂ ਤਿੱਤਰ ਬੋਲਿਆ ਤੇ ਉਹਦੀ ਆਵਾਜ਼ ਸੁਣ ਕੇ ਕਲਗੀਧਰ ਜੀ ਬੋਲੇ, ਜਾਂ ਬੋਲਿਓ ਤਾਂ ਲੱਧਾ ਹਮੈ। ਮਹਾਰਾਜ ਜੀ ਕਹਿੰਦੇ ਚੰਗਾ ਹੋਇਆ ਤੂੰ ਬੋਲਿਆ ਤੇ ਅਸੀਂ ਤੈਨੂੰ ਲੱਭ ਲਿਆ। ਤਿੱਤਰ ਬੋਲਿਆ ਨਾ ਜਦੋਂ,
ਮਹਾਰਾਜ ਕਹਿੰਦੇ ਜਾਂ ਬੋਲਿਆ ਤਾਂ ਲੱਦਾ ਹਮੈ, ਜੇ ਤੂੰ ਬੋਲਿਆ ਤੇ ਅਸੀਂ ਤੈਨੂੰ ਲੱਭ ਲਿਆ ਹੈ ਪਰ ਤਬ ਆਰੋਹਨ ਹੋਏ। ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਗਏ, ਕੀਨ ਪਿਆਨੋ ਸ਼ੀਘਰ ਜੋ ਜੋਏ। ਸ਼ੀਘਰਤਾਈ ਨਾਲ ਚੱਲਣ ਲੱਗੇ। ਛੋਡਿਓ ਤਿਸ ਕੇ ਬਾਜ ਪਿਛਾਰੈ। ਉਹਦੇ ਪਿੱਛੇ ਪਿੱਛੇ ਮਹਾਰਾਜ ਜੀ ਨੇ ਤਿੱਤਰ ਦੇ ਬਾਜ ਛੱਡ ਦਿੱਤਾ, ਕਰੀ ਨਾ ਝਪਟ ਨਾ ਤਿਸ ਕੋ ਮਾਰੈ। ਤੇ ਬਾਜ ਉਹਦੇ ਤੇ ਝਪਟ ਨਹੀਂ ਮਾਰਦਾ, ਨਾ ਹੀ ਉਹਨੂੰ ਮਾਰਦਾ ਹੈ। ਪੁਨ ਕਹਿ ਕਰ ਕੂਕਰ ਛੁਟਵਾਏ। ਮਹਾਰਾਜ ਜੀ ਨੇ ਵੇਖਿਆ ਵੀ ਬਾਜ ਨਹੀਂ ਸ਼ਿਕਾਰ ਕਰਦਾ ਤਿੱਤਰ ਦਾ, ਤੇ ਗੁਰਦੇਵ ਨੇ ਸ਼ਿਕਾਰੀ ਕੁੱਤੇ ਉਹਦੇ ਪਿੱਛੇ ਛੜਾਏ। ਦਿਖ ਤੀਤਰ ਕੋ ਪੀਛੇ ਧਾਏ। ਤੇ ਕੁੱਤੇ ਜਿਹੜੇ ਤਿੱਤਰ ਨੂੰ ਵੇਖ ਕੇ ਉਹਦੇ ਪਿੱਛੇ ਪਿੱਛੇ ਦੌੜੇ। ਝਾਰਨ ਬਿਖੈ ਜਾਏ ਕਰ ਬਰਿਓ। ਉਹ ਤਿੱਤਰ ਝਾੜਾਂ ਦੇ ਵਿੱਚ ਜਾ ਵੜਿਆ, ਸੰਘਣੇ ਝਾੜ ਸਨ। ਬਾਹਰ ਨਿਕਾਰਿਓ ਉੱਡਬੋ ਕਰਿਓ। ਉਹਨੂੰ ਝਾੜਾਂ ਵਿੱਚੋਂ ਕੱਢਿਆ ਕਿਸੇ ਤਰੀਕੇ, ਫੇਰ ਉੱਡਣ ਲੱਗ ਪਿਆ। ਪੀਛੇ ਕੇਤਿਕ ਸਿੰਘ ਨਾ ਸਾਥ। ਮਹਾਰਾਜ ਜੀ ਦੇ ਸਿੰਘਾਂ ਨੂੰ ਕਿਹਾ ਫੜੋ ਬਈ ਇਹਨੂੰ ਫੜ ਕੇ ਲਿਆਓ। ਚਲੇ ਜਾਹਿ ਤੂਰਨ ਜਗਨਾਥ। ਤੇ ਜਗਤਨਾਥ ਵੀ ਕਾਲੀ ਕਾਲੀ ਘੋੜਾ ਉਹਦੇ ਮਗਰ ਟੋਰਦੇ ਹਨ। ਕਰਤ ਬੇਗ ਤੇ ਜਾਏ ਉਡਾਰੀ। ਉਹ ਬੜੇ ਵੇਗ ਨਾਲ ਉੱਡਦਾ ਜਾਂਦਾ, ਉਡਾਰੀ ਮਾਰਦਾ ਜਾਂਦਾ ਤਿੱਤਰ। ਤਖਤ ਛਪੈ ਪਿਖ ਝਾਰਨ ਝਾਰੀ। ਤੇ ਜਦੋਂ ਥੱਕ ਜਾਂਦਾ ਤੇ ਝਾੜਾਂ ਦੇ ਵਿੱਚ ਲੁਕ ਜਾਂਦਾ। ਬਾਹਰ ਬਿਲੋਕੈ ਖੋਜਨ ਕਰੈ। ਫੇਰ ਉਹਨੂੰ ਲੱਭਦੇ ਨੇ, ਵੇਖ ਕੇ ਭਾਲਦੇ ਹਨ। ਦਿਖਸਤ ਹੀ ਉੱਡ ਕਰ ਚੱਲ ਪਰੈ। ਫਿਰ ਜਦੋਂ ਲੱਭਦੇ ਝਾੜਾਂ ਵਿੱਚੋਂ ਫਿਰ ਨਿਕਲ ਕੇ ਉੱਡ ਜਾਂਦਾ, ਉਹ ਫਿਰ ਉੱਡਣਦਾ ਤੇ ਫਿਰ ਉਹਦੇ ਪਿੱਛੇ ਦੌੜਦੇ ਹਨ। ਤਬ ਕੈ ਬੌਰ ਥਾਏ ਕੋ ਪਾਏ। ਕਹਿੰਦੇ ਕਈ ਥਾਵਾਂ ਤੇ ਉਹਨੂੰ ਦਬਕ ਦਬਕ ਕੇ ਘੇਰ ਘੇਰ ਕੇ ਲਿਆਉਂਦੇ ਨੇ। ਝਾਰੀ ਝਾਰਨ ਝਾਰਹਿ ਜਾਏ। ਕਦੇ ਕਿਸੇ ਝਾੜੀ 'ਚ, ਕਦੇ ਕਿਸੇ ਝਾੜ ਦੇ ਵਿੱਚ ਜਾ ਵੜਦਾ। ਕਈ ਕੋਸ ਇਸ ਬਿਦ ਚੱਲ ਗਏ। ਮਹਾਰਾਜ ਜੀ ਕਈ ਕੋਸ ਤਿੱਤਰ ਦੇ ਪਿੱਛੇ ਹੀ ਲੱਗੇ ਰਹੇ। ਨਾਲ ਸਿੰਘ ਮਹਾਰਾਜ ਜੀ ਦੀਆਂ ਫੌਜਾਂ ਜਿਹੜੀਆਂ ਉਸ ਤਿੱਤਰ ਦੇ ਪਿੱਛੇ ਪਿੱਛੇ ਹੀ ਲੱਗੇ ਰਹੇ। ਉਹ ਤਿੱਤਰ ਕਾਬੂ ਨਾ ਆਵੇ, ਝਾੜ 'ਚ ਵੜ ਜਿਆ ਕਰੇ, ਥੋੜਾ ਜਿਹਾ ਦਮ ਜਿਹਾ ਲੈ ਲਿਆ ਕਰੇ, ਸਿੰਘ ਜਾ ਕੇ ਫੜਿਆ ਘਰੋਂ ਵਿੱਚੋਂ ਫੇਰ ਉੱਡ ਜਿਆ ਕਰੇ ਝਾੜ ਦੇ। ਕਹਿੰਦੇ ਏਦਾਂ ਕਈ ਕੋਹ ਤੱਕ ਤਾਂ ਉਹਦੇ ਆਲੇ ਦੁਆਲੇ ਘੁੰਮਦੇ ਰਹੇ। ਥਕਤ ਤੁਰੰਗਮ ਭੀ ਤਬ ਭਏ। ਕਹਿੰਦੇ ਘੋੜੇ ਵੀ ਹੰਬ ਗਏ, ਦੌੜ ਦੌੜ ਕੇ ਘੋੜੇ ਵੀ ਜਿਹੜੇ ਸਨ ਉਹ ਥੱਕ ਗਏ। ਪਕੜਿਓ ਜਾਏ ਜਤਨ ਬਹੁ ਕਰਕੇ। ਕਹਿੰਦੇ ਬਹੁਤ ਯਤਨ ਕਰਕੇ ਪਕੜਿਆ ਗਿਆ, ਅਖੀਰ ਫੜ ਹੀ ਲਿਆ ਤਿੱਤਰ। ਬੜੇ ਯਤਨ ਨਾਲ ਇਹਨੂੰ ਫੜਿਆ। ਕਹਿ ਕਰ ਪਰ ਉਖਰਾਏ ਸੁਧਰ ਕੇ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਦੇ ਖੰਭ ਤੋੜ ਦਿਓ ਤਿੱਤਰ ਦੇ। ਤੇ ਸੇਵਾਦਾਰ ਸਨ, ਉਹਨਾਂ ਨੇ ਤਿੱਤਰ ਦੇ ਖੰਭ ਪੜੇ ਤੇ ਪੁੱਟ ਦਿੱਤੇ। ਪੁਨ ਛੁਰਵਾਏ ਉਹ ਤੀਤਰ ਆਗਾ। ਤੇ ਫਿਰ ਮਹਾਰਾਜ ਜੀ ਨੇ ਉਹ ਤਿੱਤਰ ਦੇ ਖੰਭ ਤੜਾ ਕੇ ਫਿਰ ਉਹਨੂੰ ਅੱਗੇ ਅੱਗੇ ਛੱਡ ਦਿੱਤਾ। ਬਾਜ ਜੀਅਤ ਕੋ ਭਖਣ ਲਾਗਾ। ਤੇ ਮਹਾਰਾਜ ਜੀ ਨੇ ਪਿੱਛੋਂ ਆਪਣਾ ਬਾਜ ਭੇਜਿਆ, ਕਹਿੰਦੇ ਲੈ ਅਸੀਂ ਆਪਣੀ ਜਾਮਨੀ ਪੂਰੀ ਕਰਦੇ ਆ, ਜਾ ਇਹਨੂੰ ਖਾ ਲੈ, ਇਹਨੂੰ ਜਿਉਂਦੇ ਦਾ ਇਹਦਾ ਮਾਸ ਭਖ ਲੈ। ਤੋਰ ਤੋਰ ਆ ਮਿਖ ਤਿਸ ਕੇਰਾ। ਉਹ ਜਿਹੜਾ ਬਾਜ ਆ ਉਹ ਜਾ ਕੇ ਇਹਨੂੰ ਝਪਟ ਮਾਰਦਾ ਹੈ। ਤੇ ਹੁਣ ਖੰਭ ਤਾਂ ਹੈ ਨਹੀਂ ਸਨ, ਦੌੜ ਨਹੀਂ ਸੀ ਸਕਦਾ, ਉੱਡ ਨਹੀਂ ਸੀ ਸਕਦਾ। ਬਾਜ ਉਹਦੇ ਮਾਸ ਦੀਆਂ ਬੋਟੀਆਂ ਖਾਂਦਾ ਹੈ। ਖਾਏ ਜਾਤ ਦੇ ਕਸ਼ਟ ਬਡੇਰਾ। ਔਰ ਨਾਲੇ ਖਾਈ ਜਾਂਦਾ, ਜੀਵਦੇ ਦੀਆਂ ਬੋਟੀਆਂ ਖਾਂਦਾ, ਮਰਿਆ ਨਹੀਂ ਹੈ ਉਹ। ਉਹਦੀਆਂ ਜੀਵਦੇ ਦੀਆਂ ਬੋਟੀਆਂ ਖਾ ਕੇ ਉਹਨੂੰ ਕਸ਼ਟ ਦੇ ਰਿਹਾ ਹੈ। ਆਪਣਾ ਹਜ਼ੂਰ ਖੁਲਾਵਹਿ ਖਰੇ। ਸਤਿਗੁਰੂ ਜੀ ਕੋਲ ਖਲੋਤੇ ਉਸ ਤਿੱਤਰ ਦਾ ਮਾਸ ਬਾਜ ਨੂੰ ਖਵਾ ਰਹੇ ਨੇ। ਪਲ ਬੋਟੀ ਕਾਟਤ ਭਖ ਕਰੇ। ਉਹਦੇ ਮਾਸ ਦੀਆਂ ਬੋਟੀਆਂ ਕੱਟ ਕੱਟ ਕੇ ਨਾ ਨਿੱਕੀਆਂ ਨਿੱਕੀਆਂ ਬਾਜ ਆਪਣੀ ਚੁੰਝ 'ਚ ਭਰਦਾ ਤੇ ਖਾ ਲੈਂਦਾ। ਫਿਰ ਦੂਜੀ ਚੁੰਝ ਮਾਰਦਾ ਹੈ। ਉਹ ਤੜਫ ਹੀ ਰਿਹਾ ਤਿੱਤਰ, ਮਰਿਆ ਨਹੀਂ ਹੈ ਹਾਲੇ। ਦਾਨ ਸਿੰਘ ਬੋਲਿਓ ਪਿਖ ਠਾਡੇ। ਮਾਲਵੇ ਦੇ ਰਹਿਣ ਵਾਲੇ ਮਹਾਨ ਗੁਰਸਿੱਖ ਭਾਈ ਦਾਨ ਸਿੰਘ ਜੀ ਕਲਗੀਧਰ ਜੀ ਨੂੰ ਵੇਖ ਕੇ ਬੋਲੇ, ਕਹਿਣ ਲੱਗੇ ਆਪ ਪ੍ਰਭੂ ਤੁਮ ਹੋ ਬੜ ਡਾਡੇ। ਕਹਿਣ ਲੱਗੇ ਭਾਈ ਦਾਨ ਸਿੰਘ ਮਹਾਰਾਜ ਬੜੇ ਡਾਢੇ ਹੋ ਤੁਸੀਂ ਸਤਿਗੁਰੂ, ਬੜੇ ਡਾਢੇ ਹੋ ਮਹਾਰਾਜ। ਦਾਨ ਸਿੰਘ ਏਦਾਂ ਬੋਲਿਆ, ਕੋਈ ਨਾ ਕੁਛ ਕਹਿ ਸਕਹਿ ਕੈਸੇ। ਮਹਾਰਾਜ ਤੁਹਾਨੂੰ ਕੋਈ ਕੁਝ ਨਹੀਂ ਕਹਿ ਸਕਦਾ ਵੀ ਤੁਸੀਂ ਏਦਾਂ ਕਿਉਂ ਕਰਦੇ ਹੋ। ਅਬ ਡਾਢੀ ਕ੍ਰਿਤ ਕੀਨਸ ਜੈਸੇ। ਜਿਹੋ ਜੀ ਡਾਢੀ ਕ੍ਰਿਤ ਆਪ ਜੀ ਹੁਣ ਕੀਤੀ ਹੈ, ਤਿੱਤਰ ਨੂੰ ਫੜ ਕੇ ਵਿਚਾਰੇ ਦੇ ਖੰਭ ਤੜਾ ਕੇ ਤੇ ਜਿਉਂਦਾ ਬਾਜ ਦੇ ਅੱਗੇ ਪਾ ਦਿੱਤਾ। ਉਹਨੂੰ ਤੜਫਾ ਤੜਫਾ ਕੇ ਬਾਜ ਖਾ ਰਿਹਾ। ਮਹਾਰਾਜ ਏਦਾਂ ਦੀ ਡਾਢੀ ਕ੍ਰਿਤ ਕੌਣ ਕਰ ਸਕਦਾ। ਸਤਿਗੁਰੂ ਜੀ ਤੁਸੀਂ ਬੜੇ ਡਾਢੇ ਹੋ। ਇਤਨੀ ਕੀਨ ਦੌੜ ਇਸ ਬੇਰਾ। ਤੇ ਮਹਾਰਾਜ ਇਸ ਤਿੱਤਰ ਨੂੰ ਫੜਨ ਵਾਸਤੇ ਇੰਨੀ ਦੌੜ ਕੀਤੀ ਹੈ ਕਈ ਕੋਹਾਂ ਤੱਕ। ਕਹਾਂ ਸ਼ੇਰ ਕੋ ਹੇਰ ਅਖੇਰਾ। ਮਹਾਰਾਜ ਇਹ ਤਿੱਤਰ ਹੀ ਤੁਹਾਨੂੰ ਸ਼ੇਰ ਲੱਗਦਾ ਸੀ, ਖਰੇ ਸ਼ੇਰ ਆ ਵੀ ਜਿਹਦਾ ਸ਼ਿਕਾਰ ਕਰਨਾ। ਇੰਨੇ ਚਿਰ ਨੂੰ ਤਾਂ ਮਹਾਰਾਜ ਸ਼ੇਰ ਮਾਰ ਲਈਦੇ ਨੇ, ਇਹ ਤਾਂ ਇੱਕ ਤਿੱਤਰ ਸੀ ਮਹਾਰਾਜ।
ਇਹਨੂੰ ਮਾਰਨ ਵਾਸਤੇ ਹੀ ਆਪ ਜੀ ਨੇ ਇੰਨੀ ਹਿੰਮਤ ਕਰਾਈ ਆ। ਘੋੜੇ ਹੰਬ ਗਏ ਨੇ, ਸਿਪਾਹੀ ਯੋਧੇ ਜਿਹੜੇ ਨੇ ਪਸੀਨੋ ਪਸੀਨੀ ਹੋਏ ਫਿਰਦੇ ਨੇ। ਇੱਕ ਤੀਤਰ ਕੇ ਧਾਏ ਪਿਛਾਰੇ, ਮਹਾਰਾਜ ਇੱਕ ਤਿੱਤਰ ਦੇ ਪਿੱਛੇ ਹੀ ਸਾਰੇ ਦੌੜੇ ਰਹੇ ਇਹ ਹੁਸਾਏ ਤੁਰੰਗ ਮਸਾਰੇ। ਤੇ ਸਾਰੇ ਘੋੜੇ ਬਿਨਾਂ ਗੱਲ ਤੋਂ ਮਹਾਰਾਜ ਥਕਾ ਲਏ ਹਨ। ਜੇ ਸ਼ਿਕਾਰ ਕੀ ਚਾਹ ਕਰਨ ਤੇ ਤੇ, ਜੇ ਮਹਾਰਾਜ ਸ਼ਿਕਾਰ ਦੀ ਚਾਹ ਕਰਦੇ ਸੀ ਤੀਤਰ ਸਹੇ ਅਨੇਕ ਹਨੰਤੇ। ਤੇ ਮਹਾਰਾਜ ਆ ਇੱਕ ਤਿੱਤਰ ਕੀ ਇਹੋ ਜਿਹੇ ਕਈ ਤਿੱਤਰ ਸਹੇ ਫਿਰਦੇ ਸੀ ਇੱਥੇ, ਜਿੰਨੇ ਮਰਜ਼ੀ ਮਾਰ ਲੈਂਦੇ। ਇਹਨੂੰ ਫੜਨ ਵਾਸਤੇ ਆਪ ਜੀ ਨੇ ਹੁਕਮ ਕੀਤਾ ਵੀ ਜਿਉਂਦਾ ਫੜਨਾ ਹੈ। ਸ਼੍ਰੀ ਮੁਖ ਤੇ ਕਹਤੇ ਸਮਝਾਇਓ, ਮਹਾਰਾਜ ਸਮਝ ਨਹੀਂ ਆਈ ਇਸ ਗੱਲ ਦੀ ਵੀ ਇਹਨੂੰ ਜਿਉਂਦਾ ਫੜ ਕੇ ਕੀ ਕਰਨਾ ਸੀ। ਸਤਿਗੁਰੂ ਜੀ ਉਸ ਵੇਲੇ ਭਾਈ ਦਾਨ ਸਿੰਘ ਦੀ ਬੇਨਤੀ ਸੁਣ ਕੇ ਬੋਲੇ। ਦਾਨ ਸਿੰਘ ਸੁਣੀਐ ਜਿਮਕਾਇਓ, ਮਹਾਰਾਜ ਜੀ ਕਹਿੰਦੇ ਦਾਨ ਸਿੰਘ ਜੀ ਸੁਣੋ, ਜਿਵੇਂ ਇਹਨੂੰ ਮਾਰਿਆ ਨਹੀਂ ਚਾਹੋ ਕੁਛ ਕਰਨ ਸ਼ਿਕਾਰਾ। ਅਸੀਂ ਸ਼ਿਕਾਰ ਨਹੀਂ ਸੀ ਕਰਨਾ ਚਾਹੁੰਦੇ, ਅਸੀਂ ਸ਼ਿਕਾਰ ਕਰਨ ਨਹੀਂ ਆਏ ਅੱਜ। ਇਸ ਲਗ ਕਾਰਜ ਹੁਤੋ ਹਮਾਰਾ, ਸਾਡਾ ਕੰਮ ਬਸ ਇਹਦੇ ਵਾਸਤੇ ਸੀ, ਇਹਦੇ ਕਰਕੇ ਹੀ ਆਏ ਆ ਇੰਨੀ ਦੂਰ ਤਾਈਂ। ਹਾਲਾਂਕਿ ਇੱਥੋਂ ਫਿਰ ਵਾਪਸ ਗਏ ਨੇ ਮਹਾਰਾਜ ਮੁਕਤਸਰ ਸਾਹਿਬ, ਕਹਿੰਦੇ ਇਹਦੇ ਕਰਕੇ ਹੀ ਆਏ ਆ ਇੱਥੇ ਤੱਕ, ਅਸੀਂ ਹੋਰ ਇੱਥੇ ਸ਼ਿਕਾਰ ਕਰਨ ਨਹੀਂ ਆਏ। ਆਸ਼ੈ ਜਬ ਗੰਭੀਰ ਸੁਨ ਪਰੇ, ਇਹਦੇ ਨਾਲ ਸਾਡਾ ਕੰਮ ਸੀ। ਮਹਾਰਾਜ ਜੀ ਦਾ ਇਹ ਬਚਨ ਸੁਣ ਕੇ ਗੰਭੀਰ ਆਸ਼ਾ ਜਦੋਂ ਦਾਨ ਸਿੰਘ ਨੇ ਸੁਣਿਆ, ਦਾਨ ਸਿੰਘ ਪੁਨ ਬੂਜਨ ਕਰੇ। ਭਾਈ ਦਾਨ ਸਿੰਘ ਜੀ ਫਿਰ ਪੁੱਛਦੇ ਸਤਿਗੁਰਾਂ ਨੂੰ, ਪਾਤਸ਼ਾਹ ਦਿਓ ਸਕਲ ਸੁਨਾਏ, ਇਹ ਪਾਤਸ਼ਾਹ ਜੀ ਕਿਰਪਾ ਕਰਕੇ ਇਹਦੇ ਬਾਰੇ ਸਾਨੂੰ ਦੱਸੋ। ਇਸ ਕਾਰਨ ਤੇ ਏ ਤਿਕ ਧਾਏ, ਮਹਾਰਾਜ ਕਿਸ ਕਾਰਨ ਕਰਕੇ ਇੰਨੀ ਦੂਰ ਤਾਈਂ ਆਏ ਹੋ। ਸ਼੍ਰੀ ਮੁਖ ਕਹਿਓ ਸੁਨੋ ਇਸ ਕਾਜ। ਪਾਤਸ਼ਾਹ ਕਹਿੰਦੇ ਸੁਣੋ ਭਾਈ ਦਾਨ ਸਿੰਘ ਜੀ। ਤੀਤਰ ਜਾਟ ਬਾਣੀਆਂ ਬਾਜ, ਮਹਾਰਾਜ ਜੀ ਕਹਿੰਦੇ ਤਿੱਤਰ ਜੱਟ ਸੀ, ਜ਼ਿਮੀਂਦਾਰ ਸੀ, ਤੇ ਆ ਜਿਹੜਾ ਬਾਜ ਆ ਇਹ ਬਣੀਆਂ ਸੀ ਪਿਛਲੇ ਜਨਮ ਦਾ। ਪੂਰਬ ਜਨਮ ਹੁਤੇ ਨਰ ਇਹ ਏਹੀ, ਪਹਿਲੇ ਜਨਮ ਚ ਦੋਵੇਂ ਹੀ ਮਨੁੱਖ ਸਾਨੇ, ਬਾਜ ਬਣੀਆਂ ਸੀ ਔਰ ਇਹ ਜਿਹੜਾ ਤਿੱਤਰ ਸੀ ਇਹ ਜੱਟ ਸੀ। ਜਾਟ ਕਰਜ਼ ਲੈ ਬਨੀਏ ਤੇਹੀ, ਇਸ ਜਾਟ ਨੇ ਇਹਦੇ ਕੋਲੋਂ ਬਣੀਏ ਦੇ ਕੋਲੋਂ ਕਰਜ਼ਾ ਲਿਆ ਹੋਇਆ ਸੀ ਅਪਰ ਗ੍ਰਾਮ ਮਹਿ ਬਸਿਓ ਸੁਜਾਏ। ਤੇ ਲੈ ਕੇ ਕਰਜ਼ਾ ਕਿਸੇ ਦੂਜੇ ਪਿੰਡ 'ਚ ਜਾ ਵਸਿਆ। ਬਨੀਏ ਗਹਿਓ ਲਗਿਓ ਕਬਦਾਏ, ਤੇ ਬਣੀਆਂ ਵੇਖੀ ਜਾਵੇ ਵੀ ਗਿਆ ਕਿੱਥੇ ਕਰਜ਼ਾ ਲੈ ਕੇ, ਉਹ ਲੱਭੀ ਜਾਵੇ ਕਿ ਉਹਨੂੰ ਦਾ ਲੱਗਾ। ਗਰਭ ਦੀਏ ਬਿਨ ਤਜਉ ਨ ਤੋਹੀ, ਉਹਨੇ ਫਿਰ ਪਕੜ ਲਿਆ ਇਹਨੂੰ ਦੂਜੇ ਪਿੰਡ 'ਚ ਜਾ ਕੇ, ਕਹਿਣ ਲੱਗਾ ਵੀ ਪੈਸੇ ਲਏ ਬਿਨਾਂ ਨਹੀਂ ਮੈਂ ਹੁਣ ਤੈਨੂੰ ਛੱਡਦਾ। ਬਣੀਆਂ ਕਹਿਣ ਲੱਗਾ ਦਗਾ ਗਇਓ ਕਰ ਕੈ ਸੰਗ ਮੋਹੀ, ਤੂੰ ਮੇਰੇ ਨਾਲ ਦਗਾ ਕੀਤਾ, ਦਗਾ ਕਰਕੇ ਗਿਆ ਹੈ। ਜਾਟ ਕਹੈ ਅਬ ਕਹਿ ਦੇਹੁ ਛੋਰ, ਫਿਰ ਇਸ ਜਾਟ ਨੇ ਜਿਹੜਾ ਇਸ ਵੇਲੇ ਤਿੱਤਰ ਬਣਿਆ ਹੋਇਆ, ਇਹਨੇ ਕਿਹਾ ਸੀ ਬਣੀਏ ਨੂੰ, ਦੇਵੋਂ ਲਗ ਬਿਰਾਟ ਕਾ ਤੋਰ, ਕਹਿੰਦਾ ਤੇਰੀ ਕੌਡੀ ਕੌਡੀ ਮੈਂ ਮੋੜਾਂਗਾ। ਸੁਨ ਬਨੀਆਂ ਕਹਿ ਜਾਮਨ ਦੀਜੈ, ਸੁਣ ਕੇ ਬਣੀਏ ਨੇ ਕਿਹਾ ਵੀ ਜਾਮਣੀ ਦੇ ਕਸਮ ਦੇ, ਛੁਟ ਕਰ ਜਾਹੋ ਸਦਨ ਮਗ ਲੀਜੈ। ਫਿਰ ਤੂੰ ਮੇਰੇ ਕੋਲੋਂ ਛੁੱਟ ਕੇ ਆਪਣੇ ਘਰ ਚਲਾ ਜਾ। ਕਹੈ ਜਾਟ ਕੋ ਜਾਮਨ ਮੇਰੋ, ਉਸ ਵੇਲੇ ਇਸ ਜਾਟ ਨੇ ਮੇਰੀ ਜਾਮਣੀ ਪਾਈ ਕਿ ਮੇਰੀ ਗੁਰੂ ਸਾਹਿਬ ਦੀ ਜਾਮਣੀ ਹੈ, ਗੁਰ ਬਿਨ ਏਠਾਂ ਆਨ ਨ ਹੇਰੋ। ਗੁਰੂ ਬਿਨਾ ਇੱਥੇ ਕੋਈ ਹੋਰ ਨਹੀਂ ਹੈ। ਸੁਨ ਬਨੀਆਂ ਕਹਿ ਧਰਮ ਰਖੀਜੈ, ਸੁਣ ਕੇ ਬਣੀਏ ਨੇ ਕਿਹਾ ਸੀ ਵੀ ਆਪਣੇ ਧਰਮ ਤੇ ਪੱਕਾ ਰਹੀਂ। ਗੁਰ ਕੋ ਹੀ ਜਾਮਨ ਕਰ ਦੀਜੈ, ਗੁਰੂ ਨੂੰ ਹੀ ਹੁਣ ਜਾਮਣ ਕੀਤਾ, ਹੁਣ ਗੁਰੂ ਨੇ ਹੀ ਮੇਰਾ ਹਿਸਾਬ ਤੇਰੇ ਨਾਲ ਕਲੀਅਰ ਕਰਾਣਾ, ਸਾਫ਼ ਕਰਾਣਾ। ਮੁਝ ਕੋ ਦੇ ਜਾਮਨ ਛੁਟ ਗਇਓ, ਇਹਨੇ ਮੇਰੀ ਜਾਮਣੀ ਪਾਈ ਸੀ ਔਰ ਛੁੱਟ ਗਿਆ ਸੀ ਬਣੀਏ ਕੋਲੋਂ। ਨਹਿ ਤਨ ਦਿਓ ਮ੍ਰਿਤਕ ਪੁਨ ਭਇਓ, ਧਨ ਨਹੀਂ ਦਿੱਤਾ ਤੇ ਮ੍ਰਿਤਕ ਹੋ ਗਿਆ। ਹੈ ਬਾਜ ਕੋ ਪੂਰਬ ਗਿਆਤਾ, ਤੇ ਬਣੀਆਂ ਜਿਹੜਾ ਸੀ ਇਹ ਬਾਜ ਬਣ ਗਿਆ, ਇਹ ਪੂਰਬਲੇ ਜਨਮ ਦਾ ਗਿਆਤਾ ਸੀ। ਹਮਰੋ ਹਾਥ ਸਪਰਸੇ ਗਾਤਾ, ਸਾਡੇ ਹੱਥ ਦੇ ਸਪਰਸ਼ ਕਰਕੇ ਇਹਨੂੰ ਗਿਆਨ ਹੋ ਗਿਆ ਸੀ ਵੀ ਇਸੇ ਕਰਕੇ ਨੇ ਤਿੱਤਰ ਤੇ ਝਪਟ ਨਹੀਂ ਮਾਰੀ। ਪਹਿਲਾਂ ਅਸੀਂ ਫੜਿਆ, ਉਹਦੇ ਖੰਭ ਤੋੜ ਕੇ ਇਹਦੇ ਕੋਲ ਭੇਜਿਆ, ਤਾਂ ਇਹਨੇ ਆਪਣਾ ਉਹਦੇ ਤੇ ਸ਼ਿਕਾਰ ਕੀਤਾ, ਪਹਿਲਾਂ ਸ਼ਿਕਾਰ ਨਹੀਂ ਕੀਤਾ। ਕਿਉਂਕਿ ਸਾਡੇ ਹੱਥਾਂ ਦੇ ਸਪਰਸ਼ ਕਰਕੇ ਇਹਨੂੰ ਆਪਣੇ ਪੂਰਬ ਜਨਮ ਦਾ ਗਿਆਨ ਹੋਇਆ ਹੈ। ਨਹਿ ਤੀਤਰ ਕੋ ਇਸਨੇ ਮਾਰਾ, ਇਹਨੇ ਪਹਿਲਾਂ ਤਿੱਤਰ ਨੂੰ ਆਪ ਨਹੀਂ ਮਾਰਿਆ ਝਪਟ ਮਾਰ ਕੇ, ਲੈ ਹੋ ਜਾਮਨ ਤੇ ਨਿਰਧਾਰਾ। ਇਹਨੇ ਕਿਹਾ ਵੀ ਗੁਰੂ ਜੀ ਦੀ ਜਾਮਣੀ ਲਵਾਂ ਫਿਰ ਮੈਂ ਇਹਨੂੰ ਖਾਵਾਂ। ਆਪਣੇ ਆਪਣੇ ਹਮਨੇ ਜਾਮਨੀ ਲਾਹੀ, ਅਸੀਂ ਆਪਣੀ ਜਾਮਣੀ ਪੂਰੀ ਕੀਤੀ ਹੈ ਜੀਤ ਦਿਓ ਗਹਿ ਵਡ ਵਡ ਖਾਹੀ। ਔਰ ਇਹਨੂੰ ਜਿਉਂਦਾ ਹਵਾਲੇ ਕਰ ਦਿੱਤਾ ਹੈ, ਵੱਡ ਵੱਡ ਕੇ ਇਹਨੂੰ ਖਾ ਰਿਹਾ। ਆਪਣਾ ਜਿਹੜਾ
ਜਿਹੜਾ ਕਰਜ਼ਾ ਸੀ ਵਾਪਸ ਲੈ ਰਿਹਾ ਹੈ। ਸੁਨ ਕਰ ਦਾਨ ਸਿੰਘ ਕਰ ਜੋਰੇ, ਸੁਣ ਕੇ ਦਾਨ ਸਿੰਘ ਨੇ ਹੱਥ ਜੋੜੇ ਪਰਿਓ ਚਰਨ ਪਰ ਪ੍ਰਭੂ ਨੇ ਹੋਰੇ। ਔਰ ਗੁਰਦੇਵ ਦੇ ਚਰਨਾਂ ਤੇ ਨਮਸਕਾਰ ਕੀਤੀ। ਸਨਮੁਖ ਬੋਲਿਓ ਹੈ ਗੁਰ ਭੂਲਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕੇ ਬੇਨਤੀ ਕੀਤੀ, ਬਖਸ਼ੋ ਮੋਹਿ ਦਾਸ ਅਨੁਕੂਲਾ। ਮਹਾਰਾਜ ਮੈਂ ਭੁੱਲ ਗਿਆ ਸੀ, ਤੁਹਾਡਾ ਦਾਸ ਆ, ਬਖਸ਼ ਲਵੋ। ਦਾਨ ਸਿੰਘ ਕਿਉ ਚਿੰਤ ਅਧੀਨ, ਮਹਾਰਾਜ ਜੀ ਕਹਿੰਦੇ ਦਾਨ ਸਿਆ ਕਿਉਂ ਚਿੰਤਾ ਕਰਦਾ ਹੈ? ਉੱਤਰ ਹੀ ਤੈ ਬੂਝਨ ਕੀਨ। ਤੂੰ ਤਾਂ ਸਾਡੇ ਕੋਲੋਂ ਜਵਾਬ ਹੀ ਪੁੱਛਿਆ, ਕੋਈ ਸਾਡੇ ਤੇ ਸ਼ੰਕਾ ਤਾਂ ਨਹੀਂ ਕੀਤਾ। ਦਾਨ ਸਿੰਘ ਪੁਨ ਮਸਤਕ ਟੇਕਾ, ਦਾਨ ਸਿੰਘ ਨੇ ਮਹਾਰਾਜ ਜੀ ਨੂੰ ਫਿਰ ਮੱਥਾ ਟੇਕਿਆ। ਤੁਮਰੀ ਖੁਸ਼ੀ ਚਾਹੈ ਇਹ ਏਕਾ, ਮਹਾਰਾਜ ਬਸ ਤੁਹਾਡੀ ਖੁਸ਼ੀ ਚਾਹੀਦੀ ਹੈ। ਚੜ ਤਹਿ ਤੇ ਪਹੁੰਚੇ ਨਿਜ ਡੇਰੇ, ਇੱਥੋਂ ਸਤਿਗੁਰੂ ਜੀ ਚੜ ਕੇ ਆਪਣੇ ਡੇਰੇ ਤੇ ਪਹੁੰਚੇ। ਖਾਨ ਪਾਨ ਕੀਨਸ ਤਿਸ ਬੇਰੇ, ਔਰ ਖਾਨ ਪਾਨ ਕਰਕੇ ਗੁਰਦੇਵ ਨੇ ਵਿਸ਼ਰਾਮ ਕੀਤਾ। ਇਹ ਜਿਹੜੀ ਸਾਖੀ ਹੈ, ਇਹਦੇ ਵਿੱਚ ਇੱਕ ਖੇਡ ਜਿਹੜੀ ਆ ਮਹਾਰਾਜ ਜੀ ਸਮਝਾਉਣਾ ਚਾਹੁੰਦੇ ਆ ਸਿੱਖ ਨੂੰ, ਕਿ ਸਿੱਖ ਕਦੇ ਕੋਲ ਰੱਖ ਕੇ, ਜੇ ਕੋਲ ਹੈ ਤੇ ਰੱਖ ਕੇ ਕਦੇ ਉਹਨੂੰ ਮੁੱਕਰੇ ਨਾ, ਜਿਹਦੇ ਕੋਲੋਂ ਲਿਆ ਹੈ। ਜੇ ਹੈ ਤੇ ਮੁੱਕਰੇ ਨਾ, ਜੇ ਮੁੱਕਰਦਾ ਹੈ ਤੇ ਫਿਰ ਉਹ ਗੁਰਸਿੱਖ ਨਹੀਂ ਹੈ, ਫਿਰ ਉਹਨੂੰ ਦੇਣਾ ਪੈਣਾ ਆਪਣਾ ਹਿਸਾਬ ਕਿਤਾਬ। ਨਹੀਂ ਹੈ ਗੱਲ ਵੱਖਰੀ ਹੈ, ਜੇ ਹੈ ਤੇ ਫਿਰ ਵੀ ਮੁੱਕਰ ਜਾਵੇ, ਆਪਣੇ ਸਾਰੇ ਕੰਮ ਕਰੀ ਜਾਵੇ। ਜਿਹਨੇ ਦਿੱਤੇ ਨੇ ਉਧਾਰ, ਉਹਨੂੰ ਮੋੜੇ ਨਾ, ਵਾਪਸ ਨਾ ਕਰੇ, ਉਹਨੂੰ ਕਹੇ ਜੀ ਹੈ ਨਹੀਂ ਹੈ ਨਹੀਂ, ਹਾਲਾਂਕਿ ਹੋਵੇ ਵੀ ਫਿਰ ਵੀ ਕਹੀ ਜਾਵੇ ਹੈ ਨਹੀਂ ਹੈ ਨਹੀਂ, ਉਹਦੇ ਫਿਰ ਉਹਨੂੰ ਏਦਾਂ ਲੇਖਾ ਜੋਖਾ ਆਪਣਾ ਦੇਣਾ ਪੈਂਦਾ। ਇਹ ਸਿਧਾਂਤ ਮਹਾਰਾਜ ਜੀ ਇਹਦੇ ਰਾਹੀਂ ਪ੍ਰਗਟ ਕਰ ਰਹੇ ਨੇ। ਗੁਰੂ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ। ਸਾਧ ਸੰਗਤ ਜੀ ਬੇਨਤੀ ਹੈ ਕਿ ਨਾਨਕਸਰ ਕੁਟੀਆ ਤ੍ਰਿਪੜੀ ਵਿਖੇ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਰਾਤ 7 ਤੋਂ 10 ਵਜੇ ਤੱਕ ਗੁਰਮਤਿ ਸਮਾਗਮ ਹੋ ਰਹੇ ਨੇ, ਜਿਨ੍ਹਾਂ ਸਮਾਗਮਾਂ ਵਿੱਚ ਮਿੱਠੇ ਟਵਾਣੇ ਤੋਂ ਸੰਤ ਸੁਰਿੰਦਰ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਨਾਨਕਸਰ ਸਾਹਿਬ ਤੋਂ ਸੰਤ ਗੁਰਚਰਨ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ। ਆਪ ਜੀ ਨੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨੀਆਂ। ਉੱਥੇ ਅੱਜ ਨਾਲ 1.25 ਲੱਖ ਸ੍ਰੀ ਜਪਜੀ ਸਾਹਿਬ ਦੇ ਪਾਠ ਜਿਹੜੇ ਹਨ ਉਹ 41 ਦਿਨਾਂ ਤੱਕ 20 ਅਪ੍ਰੈਲ ਤੱਕ ਹੋਣੇ ਨੇ। ਰੋਜ਼ ਤਕਰੀਬਨ 3000 ਪਾਠ ਜਪਜੀ ਸਾਹਿਬ ਦੇ ਸੰਗਤ ਨੇ ਕਰਿਆ ਕਰਨੇ ਨੇ। ਨਾਲ ਨਾਲ ਰੋਜ਼ਾਨਾ ਜਪਜੀ ਸਾਹਿਬ ਦੀ ਇੱਕ ਪੌੜੀ ਦੀ ਕਥਾ ਜਿਹੜੀ ਆ ਰੋਜ਼ ਰਾਤ ਨੂੰ 7 ਵਜੇ ਤੋਂ ਪ੍ਰਾਰੰਭ ਹੋ ਕੇ 20 ਅਪ੍ਰੈਲ ਤੱਕ ਇਹ ਕਥਾ ਵੀ ਚੱਲੇਗੀ। ਆਪ ਜੀ ਨੇ ਨਾ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ, ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ, ਹੇ ਅਪਰੰਪਰ ਹਰ ਹਰੇ ਐਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋ, ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ
ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।